ਜਿਹੜੇ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਅੱਜ ਉਹ ਸਾਨੂੰ ਦੱਸਣਗੇ ਕਿ ਸਾਨੂੰ ਰਿਟਾਇਰਮੈਂਟ ਤੇ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ, ਕਿਉਂਕਿ ਰਿਟਾਇਰਮੈਂਟ ਉਹ ਟਾਈਮ ਹੁੰਦਾ ਆ ਜਿਸ ਟਾਈਮ ਕਈ ਫੈਮਲੀਆਂ 'ਚ ਦੇਖਿਆ ਕਿ ਲੋਕੀ ਡਿਪਰੈਸ਼ਨ 'ਚ ਚਲੇ ਜਾਂਦੇ ਆ। ਉਹ ਉਸ ਵੇਲੇ ਬੈਲੈਂਸ ਨਹੀਂ ਕਰ ਪਾਉਂਦੇ ਔਰ ਉਹਨਾਂ ਦੇ ਘਰਾਂ ਦੇ ਵਿੱਚ ਨਾਰਮਲ ਲਾਈਫ ਨਾਲੋਂ ਬਹੁਤ ਬਦਤਰ ਹਾਲਤ ਹੋ ਜਾਂਦੀ ਆ। ਸੋ ਅੱਜ ਸੰਦੀਪ ਭੱਟੀ ਜੀ ਆਏ ਨੇ, ਉਹ ਸਾਨੂੰ ਇਹਦੇ ਬਾਰੇ ਗਾਈਡ ਕਰਨਗੇ। ਜੀ ਤਾਨੀਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਰੇਡੀਓ ਆਵਾਜ਼ ਦਾ ਥੈਂਕ ਯੂ ਕਰਨਾ ਚਾਹੂੰਗੀ ਜੀ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਮੈਨੂੰ ਇੱਥੇ ਸੱਦਾ ਦਿੱਤਾ। ਤੇ ਸਾਰੇ ਹੀ ਦੇਖਣ ਵਾਲੇ ਸੁਣਨ ਵਾਲੇ ਜਿੰਨੇ ਵੀ ਮੇਰੇ ਲਿਸਨਰਸ ਤੇ ਵਿਊਅਰਸ ਹੈਗੇ ਨੇ, ਉਹਨਾਂ ਸਾਰਿਆਂ ਦੇ ਮੁਖਾਤਬ ਕੀਤਾ ਹੈਗਾ ਜੀ ਮੈਨੂੰ। ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਦੇ ਵੱਲੋਂ ਸਤਿ ਸ਼੍ਰੀ ਅਕਾਲ ਕਰਦੀ ਹਾਂ ਜੀ ਸਾਰਿਆਂ ਦਾ, ਤੇ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਸਾਰਿਆਂ ਦਾ ਜੀ ਆਇਆਂ ਨੂੰ ਕਹਿੰਦੀ ਹੈਗੀ ਹਾਂ ਜੀ, ਨਿੱਘਾ ਸਵਾਗਤ ਕਰਦੀ ਹਾਂ। ਸੋ ਤਾਨੀਆ ਜੀ, ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਹੈ ਜਾਂ ਜਿਹੜਾ ਅੱਜ ਵਿਸ਼ਾ ਹੈਗਾ ਜੀ ਗੱਲਬਾਤ ਦਾ, ਉਹ ਹੈਗਾ ਜੀ ਰਿਟਾਇਰਮੈਂਟ। ਰਿਟਾਇਰਮੈਂਟ ਹਰੇਕ ਇੰਡੀਵਿਜੂਅਲ ਦੀ ਜ਼ਿੰਦਗੀ ਦਾ ਇੱਕ ਉਹ ਪੜਾਅ ਹੁੰਦਾ ਹੈਗਾ ਜੀ, ਜਿਹਦੇ ਤੇ ਹਰੇਕ ਬੰਦੇ ਨੇ ਪਹੁੰਚਣਾ ਹੀ ਪਹੁੰਚਣਾ ਹੁੰਦਾ ਹੈਗਾ। ਚਾਹੇ ਉਹ ਅੱਜ ਯੰਗ ਹੈਗਾ ਜੀ, 30 ਸਾਲ ਦਾ ਹੈਗਾ, 35 ਸਾਲ ਦਾ, ਚਾਹੇ ਉਹ ਆਪਦੀ ਉਸ ਉਮਰ ਤੇ ਹੈਗਾ ਜੀ ਜਿੱਥੇ ਉਹਨੇ ਆਪਦੇ ਬੱਚੇ ਸੈੱਟ ਕਰ ਲਏ ਹੈਗੇ ਨੇ, ਲੇਕਿਨ ਸਟਿਲ ਜਿਹੜੀ ਰਿਟਾਇਰਮੈਂਟ ਹੈਗੀ ਆ ਉਹ ਹਰੇਕ ਇੰਡੀਵਿਜੂਅਲ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਪਿੰਚ ਕਰਦੀ ਰਹਿੰਦੀ ਹੈ ਕਿ ਜਦੋਂ ਮੈਂ ਰਿਟਾਇਰ ਹੋਣਾ, ਉਸ ਟਾਈਮ ਤੇ ਜਿਹੜੀਆਂ ਮੇਰੇ ਕੋਲੇ ਸਟਰਗਲਸ ਮੇਰੇ ਸਾਹਮਣੇ ਹੋਣੀਆਂ ਨੇ, ਉਹਨਾਂ ਨੂੰ ਕਿੱਦਾਂ ਮੈਂ ਫੇਸ ਆਊਟ ਕਰਨਾ। ਪਰ ਇੱਕ ਚੀਜ਼ ਮੈਂ ਹੋਰ ਕਹੂੰਗੀ ਤਾਂ ਨਾ ਜੀ, ਵੀ ਸਾਡੇ ਚੋਂ ਕਈ ਤਾਂ ਇਹੋ ਜਿਹੇ ਜਿਹੜੇ ਸ਼ਾਇਦ ਉਸ ਬਾਰੇ ਸੋਚਦੇ ਹੀ ਨਹੀਂ ਹਜੇ, ਰਾਈਟ। ਐਂਡ ਜਦੋਂ ਅਸੀਂ ਸੋਚਦੇ ਹੀ ਨਹੀਂ ਹੈਗੇ, ਕਿਉਂਕਿ ਹੁੰਦਾ ਕੀ ਆ, ਹਰੇਕ ਬੰਦਾ ਜਦੋਂ ਵੀ ਕੋਈ ਚੀਜ਼ ਜ਼ਿੰਦਗੀ ਤੁਹਾਡੇ ਸਾਹਮਣੇ ਕੋਈ ਪੜਾਅ ਲੈ ਕੇ ਆਉਂਦੀ ਆ, ਤਾਂ ਉਦੋਂ ਹੀ ਜਦੋਂ ਆਪਾਂ ਰੂਬਰੂ ਹੁੰਨੇ ਉਹਨਾਂ ਚੀਜ਼ਾਂ ਦੇ ਨਾਲ, ਉਦੋਂ ਹੀ ਅਸੀਂ ਉਸ ਚੀਜ਼ ਬਾਰੇ ਥਿੰਕ ਕਰਨਾ ਸਟਾਰਟ ਕਰਦੇ ਹਾਂ। ਔਰ ਰਿਟਾਇਰਮੈਂਟ ਇੱਕ ਐਸੀ ਚੀਜ਼ ਆ ਜੀ ਜਿਹਨੇ ਤੁਹਾਡੇ ਸਾਹਮਣੇ ਆਉਣਾ ਹੈਗਾ ਜਦੋਂ ਆਪਣੀ ਏਜ 65 70 ਤਕਰੀਬਨ ਉਸ ਏਜ ਤੇ ਆਪਾਂ ਪਹੁੰਚਣਾ ਹੈਗਾ। ਸੋ ਉੱਥੇ ਜਦੋਂ ਅਸੀਂ ਉਹਦੇ ਲਈ ਪ੍ਰੀਪੇਅਰਡ ਨਹੀਂ ਹੁੰਦੇ, ਆਪਦੇ ਆਪ ਨੂੰ ਤਿਆਰ ਨਹੀਂ ਕਰਦੇ ਜਾਂ ਆਪਦੇ ਫਾਈਨੈਂਸਿਸ ਨੂੰ ਅਸੀਂ ਮੈਨੇਜ ਨਹੀਂ ਕਰਦੇ, ਤਾਂ ਤੁਸੀਂ ਜਿਹੜੀ ਗੱਲ ਕਹੀ ਜੀ ਉਹ ਬਿਲਕੁਲ ਸੱਚ ਸਾਬਿਤ ਹੁੰਦੀ ਹੈ ਕਿ ਫੈਮਲੀਜ਼ ਸ਼ੈਟਰਡ ਹੋ ਜਾਂਦੀਆਂ ਨੇ ਜੀ, ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ, ਸਮਟਾਈਮ ਸੁਸਾਈਡਲ ਵੀ ਹੋ ਜਾਂਦਾ, ਕਿਉਂਕਿ ਉਹਦਾ ਮੇਨ ਕੰਸਰਨ ਇਹ ਹੁੰਦਾ ਤਾਂ ਨੇ ਜੀ ਕਿ ਆਪਾਂ ਸਾਰੇ ਜਣੇ ਆਪਦੀ ਇੱਕ ਜ਼ਿੰਦਗੀ ਜਿਹੜੀ ਆਪਾਂ ਬਸਰ ਕਰ ਰਹੇ ਹਾਂ ਜੀ, ਇੱਕ ਆਪਣਾ ਲਾਈਫ ਸਟਾਈਲ ਜਿਹੜਾ ਆਪਾਂ ਅਡੈਪਟ ਸਾਡੇ ਉਹ ਖਰਚੇ ਚੱਲ ਰਹੇ ਨੇ, ਬਿਲਕੁਲ ਹੈ ਨਾ, ਉਹ ਤਾਂ ਨਹੀਂ ਘਟਣੇ ਹੈਗੇ, ਹੈ ਨਾ। ਬਿਲਕੁਲ ਉਹੀ ਮੈਂ ਕਹਿ ਰਹੀ ਹਾਂ ਜੀ, ਹਰੇਕ ਨੇ ਆਪਦਾ ਇੱਕ ਲਾਈਫ ਸਟਾਈਲ ਅਡੈਪਟ ਕੀਤਾ ਹੁੰਦਾ ਹੈਗਾ, ਤੇ ਜਿਹੜਾ ਉਹ ਲਾਈਫ ਸਟਾਈਲ ਅਡੈਪਟ ਕੀਤਾ ਜੀ, ਉਹ ਤਕਰੀਬਨ ਨਾਮੁਮਕਿਨ ਹੁੰਦਾ ਕਿ ਤੁਸੀਂ ਉਸ ਲਾਈਫ ਸਟਾਈਲ ਨੂੰ ਪੈਸਿਆਂ ਦੀ ਤੰਗੀ ਕਰਕੇ ਤੁਹਾਨੂੰ ਚੇਂਜ ਕਰਨਾ ਪਵੇ, ਰਾਈਟ। ਇਟਸ ਵੈਰੀ ਆਬਵੀਅਸ। ਸੋ ਉਸ ਟਾਈਮ ਦੇ ਲਈ ਕੀ ਚੈਲੰਜਸ ਨੇ, ਕਿੱਦਾਂ ਉਹਨਾਂ ਚੈਲੰਜਸ ਨੂੰ ਐਟਲੀਸਟ ਤੁਸੀਂ ਮੈਨੇਜ ਕਰ ਸਕਦੇ ਹੋ, ਉਹ ਸਾਰਾ ਕੁਝ ਹੀ ਆਪਾਂ ਚਾਹਾਂਗੇ ਕਿ ਅੱਜ ਇਸ ਟਾਕ ਸ਼ੋਅ ਦੇ ਜ਼ਰੀਏ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰੀਏ। ਕਿਉਂਕਿ ਅਕਸਰ ਇੰਡੀਆ 'ਚ ਕੀ ਹੁੰਦਾ ਹੈ, ਜਦੋਂ ਸਾਰੇ ਕੰਮ ਕਰਦੇ ਆ, ਉੱਥੇ ਦੇ ਲਾਅ ਤੇ ਇੱਥੇ ਦੇ ਲਾਅ ਬਹੁਤ ਡਿਫਰੈਂਟ ਹੈਗੇ ਆ। ਬਿਲਕੁਲ ਜੀ। ਸੋ ਅਕਸਰ ਲੋਕਾਂ ਨੂੰ ਸੁਣਿਆ ਹੈ ਕਿ ਜਦੋਂ ਮੈਂ ਰਿਟਾਇਰ ਹੋਊਂਗਾ ਮੈਂ ਰਿਲੈਕਸ ਕਰਾਂਗਾ, ਅਸੀਂ ਇੰਜੋਏ ਕਰਾਂਗੇ। ਦੈਟਸ ਰਾਈਟ। ਬਟ ਅਗਰ ਉਹਨਾਂ ਨੇ ਕੁਝ ਪਲਾਨ ਨਹੀਂ ਕੀਤਾ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਇੰਜੋਏ ਨਹੀਂ ਹੁੰਦਾ, ਉਹ ਦੁਖਦਾਈ ਸਮਾਂ ਬਣ ਜਾਂਦਾ ਨਾ। ਬਿਲਕੁਲ ਤਾਨੀਆ ਜੀ, ਦੇਖੋ ਆਪਾਂ ਇੰਨੇ ਬਿਊਟੀਫੁਲ ਕੰਟਰੀ ਕੈਨੇਡਾ ਦੇ ਵਿੱਚ ਪ੍ਰਮਾਤਮਾ ਨੇ ਆਪਣਾ ਸਾਰਿਆਂ ਦਾ ਸਬੱਬ ਬਣਾਇਆ ਕਿ ਆਪਾਂ ਇਸ ਮੁਲਕ 'ਚ ਇੱਥੋਂ ਦੇ ਰੈਜ਼ੀਡੈਂਟ ਆ ਜੀ, ਸਿਟੀਜ਼ਨ ਹੈਗੇ ਆ। ਬਟ ਤੁਸੀਂ ਆਲੇ ਦੁਆਲੇ ਜਦੋਂ ਵੀ ਨਿਗਾਹ ਮਾਰਦੇ ਹੋ, ਇੱਕ ਬੜੀ ਜਿਹੜੀ ਚੀਜ਼ ਇੱਥੇ ਅੱਛੀ ਵੀ ਹੈਗੀ ਉਹ ਇਹ ਆ ਕਿ ਹਰੇਕ ਵਰਗ ਦਾ ਬੰਦਾ ਅਣਥੱਕ ਮਿਹਨਤ ਕਰਦਾ, ਹਰ ਮਿਹਨਤ ਕਰਦਾ, ਔਰ ਮਿਹਨਤ ਕਰਕੇ ਜਿਹੜਾ ਵੀ ਸੁਪਨਾ ਲੈਂਦਾ ਉਸ ਘਰ ਵੀ ਕਰ ਲੈਂਦਾ, ਚਾਹੇ ਉਹ ਘਰ ਲੈਣ ਦਾ, ਕਿਉਂਕਿ ਚਾਹੇ ਉਹ ਘਰ ਲੈਣ ਦਾ ਸੁਪਨਾ, ਚਾਹੇ ਉਹ ਇੱਕ ਅੱਛੀ ਗੱਡੀ ਲੈਣ ਦਾ ਸੁਪਨਾ, ਜਾਂ ਫਿਰ ਇੱਕ ਅੱਛਾ ਲਾਈਫ ਸਟਾਈਲ, ਜਿਹਦੀ ਹੋ ਸਕਦਾ ਮੈਂ ਨਹੀਂ ਕਹੂੰਗੀ ਵੀ ਇੰਡੀਆ 'ਚ ਵੀ ਚੀਜ਼ਾਂ ਪੋਸੀਬਲ ਨੇ, ਬਟ ਥੋੜੀਆਂ ਜਿਹੀ ਹਾਰਡਸ਼ਿਪਸ ਜ਼ਿਆਦਾ ਨੇ ਉੱਥੇ, ਰਾਈਟ। ਉੱਥੇ ਕੰਪੀਟੀਸ਼ਨ ਹਾਂਜੀ। ਸੋ ਉਹ ਜਦੋਂ ਇੱਥੇ ਤੁਸੀਂ ਆਪਦੇ ਸੁਪਨਿਆਂ ਨੂੰ ਆਕਾਰ ਵਧੀਆ ਤਰੀਕੇ ਨਾਲ ਦਿੰਦੇ ਹੋ, ਤਾਂ ਉੱਥੇ ਜਿਹੜੀ ਇੱਕ ਰਿਟਾਇਰਮੈਂਟ ਦਾ ਫੇਸ ਆ, ਉਹਨੂੰ ਵੀ ਮੈਂ ਚਾਹੁੰਦੀ ਹਾਂ ਕਿ ਹਰੇਕ ਇੰਡੀਵਿਜੂਅਲ ਉਹਦੇ ਲਈ ਵੀ ਮੈਂਟਲੀ ਐਂਡ ਫਿਜ਼ੀਕਲੀ ਐਂਡ ਫਾਈਨੈਂਸ਼ੀਅਲੀ ਪ੍ਰੀਪੇਅਰਡ ਹੋਵੇ। ਹਾਂਜੀ, ਪਰ ਲਾਅ ਸਾਰੇ ਪਤਾ ਹੋਣੇ ਚਾਹੀਦੇ ਆ ਕਿ ਇੱਥੇ ਇਹ ਲਾਅ ਹੈਗੇ ਆ, ਸਾਨੂੰ ਇਹਦੇ ਹਿਸਾਬ ਨਾਲ ਚੱਲਣਾ ਪੈਣਾ, ਵਰਨਾ ਮਤਲਬ ਬਿਲਕੁਲ ਆ ਜੀ, ਰੇਸ 'ਚ ਪਿੱਛੇ ਰਹਿ ਜਾਗੇ, ਸਿੱਧੀ ਜੀ ਗੱਲ ਨਹੀਂ ਤਾਂ ਆਪਾਂ ਦੌੜ 'ਚ ਪਿੱਛੇ ਰਹਿ ਸਕਦੇ ਹੈਗੇ ਆ, ਰਾਈਟ। ਸੋ ਜੀ, ਸੋ ਗਵਰਨਮੈਂਟ ਕਿੱਦਾਂ ਮਦਦ ਕਰਦੀ ਆ ਰਿਟਾਇਰਮੈਂਟ ਦੇ ਟਾਈਮ? ਹਾਂਜੀ ਤਾਨੀਆ ਜੀ, ਬਹੁਤ ਅੱਛਾ ਤੁਹਾਡਾ ਵਾਜਿਬ ਜਿਹਾ ਸਵਾਲ ਹੈਗਾ, ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਸਾਰੇ ਜਣੇ ਇਹ ਤਾਂ ਜਾਣਦੇ ਹੈਗੇ ਆ ਜੀ ਕਿ ਜਿਸ ਟਾਈਮ ਤੇ ਮੈਂ ਰਿਟਾਇਰ ਹੋਣਾ ਜਾਂ ਜਿਸ ਟਾਈਮ ਤੇ ਮੈਂ ਸੀਨੀਅਰ ਸਿਟੀਜ਼ਨ ਬਣ ਜਾਣਾ, ਉਸ ਟਾਈਮ ਤੇ ਮੈਨੂੰ ਪੈਨਸ਼ਨਾਂ ਲੱਗ ਜਾਣੀਆਂ ਹਨ। ਮੈਂ ਅੱਜ ਅਸਲ 'ਚ ਇਹ ਮੈਂ ਚਾਹੂੰਗੀ ਕਿ ਇਸ ਪ੍ਰੋਗਰਾਮ ਜ਼ਰੀਏ ਜਿਹੜੇ ਸਾਡੇ ਭੈਣ ਭਰਾ ਜਾਂ ਦੋਸਤ ਮਿੱਤਰ ਨਵੇਂ ਆਏ ਨੇ,
ਜਾਂ ਕਈ ਐਸੇ ਵੀ ਹੈਗੇ ਆ ਜੀ ਜਿਹੜੇ ਇੱਥੇ ਵਿਜ਼ਿਟ ਕਰਨ ਆਏ ਨੇ ਕੈਨੇਡਾ ਨੂੰ, ਹਨਾ, ਇੱਥੇ ਐਜ਼ ਅ ਟੂਰਿਸਟ ਆਏ ਹੋਏ ਨੇਗੇ। ਉਹਨਾਂ ਨੂੰ ਵੀ ਪਤਾ ਤਾਂ ਹੋਵੇ ਵੀ ਜਿਹੜੇ ਮੁਲਕ ਨੂੰ ਵਿਜ਼ਿਟ ਕਰਨ ਆਏ ਆ ਉਸ ਮੁਲਕ ਦੇ ਵਿੱਚ ਐਸੀ ਕੀ ਖਾਸ ਆ ਜਿਹਦੇ ਕਰਕੇ ਹਰੇਕ ਬੰਦਾ ਕੈਨੇਡਾ ਹੀ ਆਉਣਾ ਚਾਹੁੰਦਾ, ਰਾਈਟ? ਸਾਰੇ ਆਣਾ ਚਾਹੁੰਦੇ ਬਿਲਕੁਲ। ਸੋ ਜਿੰਨੇ ਵੀ ਵਿਜ਼ਟਰਸ ਵੀ, ਜਿੰਨੇ ਵੀ ਟੂਰਿਸਟ, ਜਿੰਨੇ ਵੀ ਭੈਣ ਭਰਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਮੈਂ ਇਹ ਚੀਜ਼ ਕਹੂੰਗੀ ਤਾਨੇ ਜੀ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਜੀ ਉਹ ਹਰੇਕ ਵਰਗ ਨੂੰ ਹਰੇਕ ਤੌਰ ਤਰੀਕੇ ਨਾਲ ਹੈਲਪ ਕਰਦੀ ਹੈਗੀ ਆ। ਹੁਣ ਜਿਵੇਂ ਤੁਸੀਂ ਅੱਜ ਮੈਨੂੰ ਪੁੱਛਿਆ ਕਿ ਰਿਟਾਇਰਮੈਂਟ 'ਚ ਕਿੱਦਾਂ ਹੈਲਪ ਕਰਦੀ ਆ, ਸੋ ਜਿੰਨੇ ਵੀ ਭੈਣ ਭਰਾ ਹੈਗੇ ਜੀ ਜਿਹੜੇ ਇੱਥੇ ਕੰਮ ਕਰ ਰਹੇ ਨੇ, ਨਵੇਂ ਪੁਰਾਣੇ ਜਿਸ ਵੀ ਏਜ ਵਰਕ ਦੇ ਹੈਗੇ ਨੇਗੇ, ਉਹਨਾਂ ਨੂੰ ਮੈਂ ਇਹ ਚੀਜ਼ ਜੀ, ਕਈਆਂ ਨੂੰ ਸ਼ਾਇਦ ਇਸ ਗੱਲ ਬਾਰੇ ਪਤਾ ਹੀ ਹੋਊਗਾ, ਲੇਕਿਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਲਈ ਇਹ ਮੈਂ ਥੋੜਾ ਜਿਹਾ ਸੌਖਾ ਕਰਨਾ ਚਾਹੂੰਗੀ ਜੀ ਕਿ ਇੱਥੋਂ ਦਾ ਜਿਹੜਾ ਸਿਸਟਮ ਹੈਗਾ ਜੀ ਉਹ ਇਹ ਹੈਗਾ ਵੀ ਜਦੋਂ ਵੀ ਬੰਦਾ ਆਪਦੀ ਰਿਟਾਇਰਮੈਂਟ ਏਜ ਤੇ ਪਹੁੰਚਦਾ ਹੈਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਤਾਂ ਜੀ ਕੈਨੇਡਾ ਪੈਨਸ਼ਨ ਪਲਾਨ ਜਿਹੜਾ ਹੈਗਾ CPP ਜਿਹੜੀ ਹੈਗੀ ਹੈ ਜੀ ਉਹਦੇ ਲਈ ਐਲੀਜੀਬਲ ਹੁੰਦਾ। ਲੇਕਿਨ ਜਿਹੜੀ CPP ਹੈਗੀ ਹੈ ਤਾਨਿਆ ਜੀ ਉਹਦੇ ਵਿੱਚ ਹੁੰਦਾ ਕਿ ਤੁਸੀਂ ਕਿੰਨਾ ਕੰਟਰੀਬਿਊਟ ਕੀਤਾ ਹੈਗਾ ਤੁਹਾਡੀ ਟੁਵਰਡਸ CPP। ਇਹਦਾ ਮਤਲਬ ਜਦੋਂ ਵੀ ਜਿਹੜੇ ਭੈਣ ਭਰਾ ਸਾਡੇ ਪੇਰੋਲ ਤੇ ਕੰਮ ਕਰ ਰਹੇ ਨੇ ਜਾਂ ਜਿਹੜੇ ਸੈਲਫ ਇੰਪਲੋਇਡ ਨੇ ਜਿਨ੍ਹਾਂ ਦੀਆਂ ਪੇਰੋਲਸ ਉਹਨਾਂ ਦੇ ਅਕਾਊਂਟੈਂਟ ਬਣਾਉਂਦੇ ਆ, ਤੁਸੀਂ ਦੇਖੋਗੇ ਜੀ ਕਿ ਹਰੇਕ ਮਹੀਨੇ ਤੁਹਾਡੀ CPP ਡਿਡਕਸ਼ਨ ਤੁਸੀਂ CRA ਨੂੰ ਦਿੰਦੇ ਹੋ, ਰਾਈਟ? ਸੋ ਉਹਦੇ 'ਚ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ ਕਿ ਤੁਸੀਂ ਕਿੰਨੇ ਸਾਲ ਕੰਮ ਕੀਤਾ ਇਸ ਮੁਲਕ ਦੇ ਵਿੱਚ ਔਰ ਕਿੰਨੀ ਡਿਡਕਸ਼ਨ ਤੁਸੀਂ ਕਰਾਉਂਦੇ ਰਹੇ ਹੋ ਆਪਦੇ ਖਾਤਿਆਂ 'ਚੋਂ, ਕਿੰਨਾ ਤੁਸੀਂ ਕੰਟਰੀਬਿਊਟ ਕਰਦੇ ਰਹੇ ਹੋ। ਇਸ ਚੀਜ਼ ਦੇ ਅਕੋਰਡਿੰਗਲੀ ਉਹਨਾਂ ਨੇ ਤੁਹਾਨੂੰ ਜਿਹੜਾ ਕੈਨੇਡਾ ਪੈਨਸ਼ਨ ਪਲਾਨ ਦੇ ਅਧੀਨ ਤੁਹਾਨੂੰ ਪੈਨਸ਼ਨ ਦੇਣੀ ਆ। ਬਿਲਕੁਲ, ਇਹ ਤਾਂ ਪਹਿਲੀ ਚੀਜ਼ ਹੋ ਗਈ ਤਾਨਿਆ ਜੀ। ਦੂਸਰੀ ਚੀਜ਼ ਜਿਹੜੀ ਹੈਗੀ ਆ ਉਹ ਹੈਗੀ ਆ ਜੀ 올ਡ ਏਜ ਜਿਹੜੀ ਸਿਕਿਉਰਿਟੀ ਹੁੰਦੀ ਆ OAS। ਉਹਦੇ ਵਿੱਚ ਵੀ ਸੇਮ ਚੀਜ਼ ਹੈਗੀ ਹੈ ਜੀ, ਲੇਕਿਨ ਉਹਦੇ ਵਿੱਚ ਹੁੰਦਾ ਹੈਗਾ ਕਿ ਕੰਟਰੀਬਿਊਸ਼ਨ ਇੰਨਾ ਮਾਇਨੇ ਨਹੀਂ ਰੱਖਦੀ ਹੈਗੀ, ਲੇਕਿਨ ਸਟਿਲ ਜਿਹੜਾ ਹੈਗਾ ਹਰੇਕ ਇੰਡੀਵਿਜੂਅਲ ਉਹਦੇ 'ਚ ਕੋਈ ਉਹਨਾਂ ਨੇ ਮਾਪਦੰਡ ਕੰਮ ਦਾ ਨਹੀਂ ਰੱਖਿਆ, ਲੇਕਿਨ ਐਵਰੀ single person who is resident or who is a citizen over here, right? Especially ਜਿਹੜੇ citizens ਹੈਗੇ ਨੇਗੇ ਉਹਨਾਂ ਨੂੰ ਉਹ OAS ਜਿਹੜੀ ਹੈਗੀ ਆ ਉਹ ਜ਼ਰੂਰ ਮੁਹੱਈਆ ਕਰਾਈ ਜਾਂਦੀ ਹੈਗੀ CRA ਵੱਲੋਂ। ਸੋ ਅੰਦਾਜ਼ਨ ਜਿਵੇਂ ਹੁਣੀ ਆਪਾਂ ਡਿਸਕਸ ਵੀ ਕਰ ਰਹੇ ਸੀ ਜੀ, ਅੰਦਾਜ਼ਨ ਜਿਹੜੀ ਹੈਗੀ $1300 ਤੋਂ $1400 ਤੱਕ ਦੀ ਜਿਹੜੀ ਹੈਗੀ ਆ ਮਿਲਾ ਕੇ CPP ਐਂਡ OAS। ਲੇਕਿਨ ਅਗਰ ਜਿਹੜੇ ਇੰਡੀਵਿਜੂਅਲਸ ਨੂੰ CPP ਨਹੀਂ ਲੱਗਦੀ ਬਿਕੋਜ਼ ਉਹਨਾਂ ਨੇ ਅਗਰ ਕੰਮ ਨਹੀਂ ਕੀਤਾ ਤਾਂ ਉਹਨਾਂ ਨੂੰ ਸਪਲੀਮੈਂਟਲ ਇਨਕਮ ਜਿਹੜੀ ਹੈਗੀ ਹੈ ਜੀ ਐਡ ਕਰਕੇ ਤਕਰੀਬਨ ਤਾਨੇ ਜੀ ਹਰੇਕ ਇੰਡੀਵਿਜੂਅਲ ਜਿਹੜਾ $1300-1400 ਜਿਹੜਾ ਹੈਗਾ ਉਹ ਇੰਨਾ ਕੁ ਮਿਲ ਜਾਂਦਾ ਹੈਗਾ। ਬਟ ਸਵਾਲ ਤਾਂ ਉੱਥੇ ਇਹ ਉੱਠਦਾ ਜੀ ਜਿਹੜਾ ਅੱਜ ਮਹੀਨੇ ਦੇ 5000 ਨਾਲ ਗੁਜ਼ਾਰਾ ਕਰ ਰਿਹਾ ਕਿ ਉਹ $1300 ਨਾਲ ਗੁਜ਼ਾਰਾ ਕਰ ਲੂਗਾ? ਬਹੁਤ ਟਫ ਆ, ਸਭ ਤੋਂ ਵੱਡੀ ਗੱਲ ਇੱਥੇ ਆ, ਰਾਈਟ? ਬਹੁਤ ਟਫ ਆ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਕੰਪੇਅਰ ਕਰਦੇ ਆ, ਹੋ ਸਕਦਾ ਇਹ ਅੱਜ ਕਈ ਗੱਲਾਂ ਰੀਅਲਿਸਟਿਕ ਨਾ ਲੱਗਣ ਮੇਰੀ ਏਜ ਗਰੁੱਪ ਨੂੰ, ਕਿਉਂਕਿ ਮੈਂ ਜਿਵੇਂ ਅੱਗੇ ਵੀ ਕਿਹਾ ਹੈਗਾ ਜੀ ਲੋਕ ਕਈ ਵਾਰ ਸੋਚਦੇ ਕਿ ਜਦੋਂ ਆਊਗੀ ਉਦੋਂ ਦੇਖਾਂਗੇ, ਬਟ ਜਦੋਂ ਸਿਰ ਤੇ ਪੈਂਦੀ ਹੈ ਨਾ ਬਹੁਤ ਕਈ ਵਾਰ ਔਖਾ ਹੋ ਜਾਂਦਾ ਜੀ ਮੈਨੇਜ ਕਰਨਾ। ਜਿਵੇਂ ਹੁਣ ਅਸੀਂ ਬੱਚਿਆਂ ਦੇ ਪਲਾਨ ਆਪਾਂ RESP ਕਰਦੇ ਆ ਤਾਂ ਉਹਦੇ 'ਚ ਹੁੰਦਾ ਕਿ ਆਪਾਂ ਅੱਜ ਤੋਂ ਕੰਟਰੀਬਿਊਟ ਕਰ ਰਹੇ ਹਾਂ ਔਰ ਉਸ ਟਾਈਮ ਲਈ ਕਰ ਰਹੇ ਜਦੋਂ ਬੱਚਿਆਂ ਨੇ ਹਾਈ ਸਕੂਲ ਪਾਸ ਆਊਟ ਕਰਨਾ, ਰਾਈਟ? ਸੋ ਸੇਮ ਥਿੰਗ ਗਵਰਨਮੈਂਟ ਆਫ ਕੈਨੇਡਾ ਨੂੰ ਵੀ ਇਹ ਚੀਜ਼ ਰਿਅਲਾਈਜ਼ ਹੋਈ ਕਿ ਇੱਕ ਬੰਦਾ ਜਿਹਨੇ ਆਪਦਾ ਲਾਈਫ ਸਟਾਈਲ ਏਡਾ ਲੈਵਿਸ਼ ਰੱਖਿਆ ਹੈਗਾ, ਏਡਾ ਵਧੀਆ ਰੱਖਿਆ ਹੈਗਾ, ਉਹ ਕਿੱਦਾਂ $1300-1400 ਚ ਗੁਜ਼ਾਰਾ ਕਰੂਗਾ? ਸੋ ਉਹਨਾਂ ਨੇ ਉਸ ਟਾਈਮ ਇੱਕ ਕਨਸੈਪਟ ਦੀ ਇੰਟਰੋਡਕਸ਼ਨ ਹੋਈ ਜੀ 1965 ਆਈ ਥਿੰਕ। ਉਦੋਂ ਉਹਨਾਂ ਨੇ ਇੱਕ ਕਨਸੈਪਟ ਲੈ ਕੇ ਆਂਦਾ ਜਿਹਦਾ ਨਾਮ ਸੀਗਾ ਜੀ RRSP, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਉਸ ਕਨਸੈਪਟ ਨੂੰ ਲੈ ਕੇ ਆਉਣ ਦੇ ਮਗਰ ਕੈਨੇਡੀਅਨ ਜਿਹੜੀ ਗਵਰਨਮੈਂਟ ਸੀ ਉਹਦਾ ਇੱਕੋ ਇੱਕ ਮੰਤਵ ਇਹ ਸੀਗਾ ਕਿ ਹਰੇਕ ਇੰਡੀਵਿਜੂਅਲ ਆਪਦੇ ਲਈ ਆਪਦੀ ਰਿਟਾਇਰਮੈਂਟ ਨੂੰ ਸੌਖਾ ਕਰਨ ਦੇ ਲਈ ਆਪਦਾ ਉਸ ਟਾਈਮ ਤੋਂ ਹੀ ਕੰਟਰੀਬਿਊਟ ਕਰੇ ਜਦੋਂ ਉਹ ਅੱਛੀ ਜਿਹੜਾ ਮਿਹਨਤ ਕਰ ਰਿਹਾ ਔਰ ਅੱਛੀ ਕਮਾਈ ਕਰ ਰਿਹਾ ਹੈਗਾ, ਕਿਉਂਕਿ ਉਸ ਵੇਲੇ ਇੰਨੀ ਤਨਖਾਹ ਆ ਰਹੀ ਹੁੰਦੀ ਹੈ ਕਿ ਇੰਨਾ ਕੁ ਪੈਸੇ ਕੱਢਣੇ ਕੋਈ ਮੁਸ਼ਕਲ ਨਹੀਂ ਲੱਗਦੇ ਕਿ ਚਲੋ ਠੀਕ ਹੈ ਇੰਨਾ ਕੁ ਅਸੀਂ ਇੱਕ ਪਾਸੇ ਮੈਨੇਜ ਕਰ ਲੈਂਦੇ ਜੀ ਲੋਕ, ਹਨਾ? ਬਿਲਕੁਲ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਡੇ ਫਿਊਚਰ 'ਚ ਕਿੰਨਾ ਹੈਲਪਫੁਲ ਹੋਣਾ ਹੈ। ਦੈਟਸ ਰਾਈਟ ਜੀ, ਬਿਲਕੁਲ ਹੈਗਾ। ਸੋ ਇਹ ਜਿਹੜੀ ਕਨਸੈਪਟ ਸੀ ਇਟਸ ਵਨ ਆਫ ਦਾ ਬੈਸਟ ਥਿੰਗ ਕਿ ਅਗਰ ਤੁਸੀਂ ਆਪਦੇ ਰਿਟਾਇਰਮੈਂਟ ਨੂੰ ਵੀ ਸਖਾਲਾ ਅੱਜ ਦੀ ਤਰ੍ਹਾਂ ਹੀ ਅਗਰ ਬਸਰ ਕਰਨਾ ਚਾਹੁੰਦੇ ਹੋ ਆਪਦੀ ਰਿਟਾਇਰਮੈਂਟ ਨੂੰ ਵੀ, ਤਾਂ ਮੇਰੇ ਖਿਆਲ ਨਾਲ ਤਾਨਿਆ ਜੀ ਇਸ ਤੋਂ ਖੂਬਸੂਰਤ ਇਨਵੈਸਟਮੈਂਟ ਦਾ ਕੋਈ ਵੀ ਪਲਾਨ ਨਹੀਂ ਹੋਊਗਾ ਟੂ ਪਲਾਨ ਯੋਰ ਰਿਟਾਇਰਮੈਂਟ ਇਨ ਅ ਸਮੂਥ ਈਜ਼ੀ ਵੇ। ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗੀ, RRSP ਦੇ ਵਿੱਚ ਕੋਈ ਲਿਮਿਟ ਹੈ ਕਿ ਕਿੰਨੇ ਪੈਸੇ ਪਾ ਸਕਦੇ ਹਾਂ? ਹਾਂਜੀ ਤਾਨੇ ਜੀ, ਜਿਹੜੀ ਲਿਮਿਟ ਹੁੰਦੀ ਆ ਉਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਜਿਹੜਾ ਕਨਸੈਪਟ RRSP ਦਾ ਪਹਿਲਾਂ ਆਪਾਂ ਉਹਨੂੰ ਸਮਝਣ ਦੀ ਮੈਂ ਚਾਹੂੰਗੀ ਵੀ ਹਰੇਕ ਭੈਣ ਭਰਾ ਉਸ ਚੀਜ਼ ਨੂੰ ਸਮਝੇ। ਸੋ ਜਿਹੜੀ RRSP ਹੈ ਜੀ, RRSP ਇੱਕ ਐਸੀ ਕਨਸੈਪਟ ਆ ਕਿ ਗਵਰਨਮੈਂਟ ਆਫ ਕੈਨੇਡਾ ਇਹ ਕਹਿੰਦੀ ਹੈ ਵੀ ਅਗਰ ਕੋਈ ਵੀ ਇੰਡੀਵਿਜੂਅਲ ਪਹਿਲੇ 60 ਦਿਨ, ਜਿਵੇਂ ਹੁਣ ਜੀ RRSP ਦਾ ਸੀਜ਼ਨ ਚੱਲ ਰਿਹਾ ਹੈਗਾ, ਸੀਜ਼ਨ ਤੋਂ ਮੇਰਾ ਭਾਵ ਆ ਜਨਵਰੀ 2018 1 ਜਨਵਰੀ ਤੋਂ ਲੈ ਕੇ ਮਾਰਚ 1 2018 ਤੱਕ, ਅਗਰ ਕਿਸੇ ਵੀ ਇੰਡੀਵਿਜੂਅਲ ਨੇ ਆਪਦਾ RRSP ਅਕਾਊਂਟ ਲਿਆ
ਤੇ ਉਹਦੇ ਵਿੱਚ ਆਪਦੀ ਲਿਮਿਟ ਦੇ ਐਸ ਪਰ ਜਿੰਨਾ ਵੀ ਤੁਹਾਡਾ ਰੂਮ ਆ ਜੀ ਉਹਦੇ ਐਸ ਪਰ ਅਗਰ ਤੁਸੀਂ ਕੁਝ ਵੀ ਕੰਟਰੀਬਿਊਟ ਕੀਤਾ ਤਾਂ ਤੁਹਾਨੂੰ ਉਨੇ ਪੈਸਿਆਂ ਦੇ ਉੱਤੇ ਜਿਹੜਾ ਟੈਕਸ ਹੈਗਾ ਜੀ ਉਸ ਤੋਂ ਛੋਟ ਮਿਲ ਜਾਂਦੀ ਹੈ। ਲੇਕਿਨ ਇਹ ਚੀਜ਼ ਮੈਂ ਜ਼ਰੂਰ ਕਹੂੰਗੀ ਤਾਨਿਆ ਜੀ ਵੀ ਟੈਕਸ ਜਿਹੜਾ ਤੁਸੀਂ ਇਹ ਨਹੀਂ ਹੈਗਾ ਵੀ ਟੈਕਸ ਤੋਂ ਹਮੇਸ਼ਾ ਲਈ ਬਚ ਜਾਓਗੇ, ਲੇਕਿਨ ਉਹਦੇ ਤੇ ਤੁਹਾਨੂੰ ਅੱਜ ਟੈਕਸ ਨਹੀਂ ਦੇਣਾ ਪਊਗਾ, ਟੈਕਸ ਡੈਫਰਡ ਹੋ ਜਾਊਗਾ ਜੀ। ਡੈਫਰਡ ਤੇ ਐਗਜ਼ੈਂਪਟ ਦੇ ਵਿੱਚ ਬਹੁਤ ਫਰਕ ਹੈਗਾ। ਐਗਜ਼ੈਂਪਟ ਦਾ ਮਤਲਬ ਹੁੰਦਾ ਜੀ ਕਿ ਤੁਹਾਨੂੰ ਕਦੇ ਵੀ ਨਹੀਂ ਟੈਕਸ ਦੇਣਾ ਪੈਣਾ, ਲੇਕਿਨ ਡੈਫਰਡ ਦਾ ਮਤਲਬ ਹੈ ਕਿ ਤੁਸੀਂ ਅੱਜ ਉਸ ਪੈਸੇ ਤੇ ਟੈਕਸ ਨਹੀਂ ਦੋਗੇ, ਤੁਸੀਂ ਉਹ ਪੈਸਾ ਰਿਟਾਇਰਮੈਂਟ ਤੱਕ ਸੇਵ ਕਰਦੇ ਹੋ। ਲੇਕਿਨ ਜਦੋਂ ਤੁਸੀਂ ਰਿਟਾਇਰ ਹੋ ਕੇ ਕੰਮ ਨਹੀਂ ਕਰ ਰਹੇ ਹੋਗੇ, ਤੁਹਾਡੀਆਂ ਟੈਕਸ ਬ੍ਰੈਕਟਸ ਇੰਨੀਆਂ ਹਾਈ ਨਹੀਂ ਹੋਣਗੀਆਂ, ਤਾਂ ਉਸ ਟਾਈਮ ਤੇ ਤੁਸੀਂ ਚਾਹੋ ਤਾਂ ਜਿਹੜਾ ਉਸ ਪੈਸੇ ਤੇ ਟੈਕਸ ਸੇਵ ਕਰ ਸਕਦੇ ਹੋ, ਰਾਈਟ। ਸੋ ਇਹ ਸਾਰੀ ਇੱਕ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈ ਤਾਨਿਆ ਜੀ। ਸੋ ਜਿੰਨਾ ਤੁਸੀਂ ਪੈਸਾ ਆਪਦੇ ਆਰਐਸਪੀ ਦੇ ਵਿੱਚ ਪੈਸਾ ਪਾਤਾ ਉਨੇ ਤੱਕ, ਇਹਦੀ ਇੱਕ ਐਗਜ਼ਾਮਪਲ ਦਿੰਨੀ ਹੈ ਤਾਨਿਆ ਜੀ। ਫੋਰ ਐਗਜ਼ਾਮਪਲ ਅੱਜ ਕੋਈ ਇੰਡੀਵਿਜੂਅਲ ਆ ਤੇ ਉਹਨਾਂ ਦੀ ਸਾਲਾਨਾ ਜਿਹੜੀ ਇਨਕਮ ਆ ਜੀ ਉਹ $60,000 ਹੈਗੀ ਆ, ਫੋਰ ਐਗਜ਼ਾਮਪਲ, ਰਾਈਟ। ਹਾਂਜੀ। $60,000 ਦੇ ਵਿੱਚੋਂ ਅਗਰ ਉਹਨਾਂ ਨੂੰ ਇੱਥੇ ਆਇਆਂ ਨੂੰ 2-3 ਸਾਲ ਹੋ ਗਏ ਤੇ ਉਹਨਾਂ ਦਾ ਰੂਮ ਜਿਹੜਾ ਹੈਗਾ ਜਿਹਦੇ ਬਾਰੇ ਤੁਸੀਂ ਮੈਨੂੰ ਪੁੱਛਿਆ ਹੀ ਸੀਗਾ ਕੰਟਰੀਬਿਊਸ਼ਨ, ਅਗਰ ਉਹਨਾਂ ਦਾ ਰੂਮ ਜਿਹੜਾ ਹੈਗਾ ਉਹ ਤਕਰੀਬਨ $10,000 ਦਾ ਹੁਣ ਤੱਕ ਪਿਆ ਹੈਗਾ, ਤਾਂ ਉਹ $10,000 ਦੀ ਅਗਰ ਆਰਆਰਐਸਪੀ ਲੈ ਲੈਂਦੇ ਆ ਤਾਂ ਉਹਨਾਂ ਦੀ ਹੁਣ ਟੈਕਸੇਬਲ ਇਨਕਮ 60,000 ਕਾਊਂਟ ਨਹੀਂ ਹੋਊਗੀ ਜੀ, ਸਿਰਫ 50,000 ਕਾਊਂਟ ਹੋਊਗੀ, ਰਾਈਟ। ਵਿਚ ਇਜ਼ ਵਨ ਆਫ ਦਾ ਬੈਸਟ ਥਿੰਗ ਕਿ ਤੁਸੀਂ ਆਪਦਾ ਜਿਹੜਾ ਹੈਗਾ $10,000 ਬਚਾ ਸਕਦੇ ਹੋ ਜੀ ਟੈਕਸ ਦੇ ਵਿੱਚੋਂ ਐਟ ਦਾ ਪ੍ਰੈਜ਼ੈਂਟ ਟਾਈਮ, ਰਾਈਟ। ਲੇਟਰ ਔਨ ਤੁਸੀਂ ਉਹ ਤੁਹਾਡੀ ਸੇਵਿੰਗ ਇੱਕ ਤਾਂ ਤੁਹਾਡਾ ਰਿਟਾਇਰਮੈਂਟ ਦੇ ਵਿੱਚ ਉਹ ਹੈਲਪ ਕਰ ਰਹੀ ਹੁੰਦੀ ਹੈ ਜੀ, ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਟੈਕਸ ਡੈਫਰਡ ਵੀ ਹੈ। ਸੋ ਤੁਸੀਂ ਹਾਂਜੀ ਤੁਸੀਂ ਮੈਨੂੰ ਫਿਰ ਪੁੱਛਿਆ ਜੀ ਕੰਟਰੀਬਿਊਸ਼ਨ ਦੀ ਲਿਮਿਟ ਕੀ ਹੈਗੀ ਆ। ਲਿਮਿਟ ਦੇ ਬਾਰੇ ਗੱਲ ਕਰੀਏ, ਹਰੇਕ ਸਾਲ ਤਾਨੇ ਜੀ ਜਿਹੜੀ ਗਵਰਨਮੈਂਟ ਆਫ ਕੈਨੇਡਾ ਵਾ ਉਹ ਆਰਐਸਪੀ ਦੇ ਲਈ ਇੱਕ ਲਿਮਿਟ ਡਿਕਲੇਅਰ ਕਰਦੀ ਆ, ਰਾਈਟ। ਅੱਛਾ ਜੀ। ਜਿਵੇਂ ਲਾਸਟ ਈਅਰ ਜਿਹੜੀ ਇਹ ਲਿਮਿਟ ਸੀ ਉਹ ਸੀਗੀ $26,010 ਦੀ, ਰਾਈਟ। ਐਤਕੀ ਇਹਨਾਂ ਨੇ ਜਿਹੜੀ ਲਿਮਿਟ ਡਿਕਲੇਅਰ ਕੀਤੀ ਹੈ ਜੀ ਉਹ ਕੀਤੀ ਹੈਗੀ ਹੈ $26,230 ਦੀ, ਰਾਈਟ। ਉਹਨਾਂ ਨੇ ਇੱਕ ਪੈਮਾਨਾ ਰੱਖਿਆ ਹੁੰਦਾ ਜੀ ਕਿ ਇੱਕ ਪਾਸੇ ਅਸੀਂ $26,230 ਰੱਖ ਲੈਨੇ ਆ, ਦੂਜੇ ਪਾਸੇ ਤੁਸੀਂ ਪਿਛਲੇ ਸਾਲ ਜਿੰਨਾ ਕੰਮ ਕੀਤਾ ਉਹਦਾ 18% ਕੈਲਕੂਲੇਟ ਕਰ ਲੈਂਦੇ ਆ। ਵਾਓ, ਇਹ ਗੱਲਾਂ ਤੇ ਕਿਸੇ ਨੂੰ ਵੀ ਨਹੀਂ ਪਤਾ ਹੋਣੀਆਂ। ਹੁਣ ਦੇਖੋ ਹਰੇਕ ਬੰਦਾ ਈਜ਼ੀਲੀ ਸਮਝ ਸਕਦਾ ਕਿ ਮੇਰਾ ਕੰਟਰੀਬਿਊਸ਼ਨ ਰੂਮ ਕਿੰਨਾ ਹੈਗਾ, ਰਾਈਟ। ਸੋ ਅਗਰ ਸਮਝੋ ਕਿਸੇ ਬੰਦੇ ਨੇ $1 ਲੱਖ ਕਮਾਇਆ, ਰਾਈਟ, ਉਹਦਾ 18% ਕਿੰਨਾ ਹੋਇਆ ਤਾਂ ਨੇ ਜੀ 18,000 ਹੋ ਗਿਆ। ਲੇਕਿਨ ਸਰਕਾਰ ਦੀ ਲਿਮਿਟ ਕਿੰਨੀ ਸੀ 26,230, ਤਾਂ ਦੋਨਾਂ ਦੇ ਵਿੱਚੋਂ ਹੁਣ ਗਵਰਨਮੈਂਟ ਨੇ ਹਾਇਰ ਨਹੀਂ ਲੈਣੀ ਜੀ, ਲੋਅਰ ਲੈਣੀ ਆ। ਤਾਂ 18,000 ਜਿਹੜੀ ਉਹਦੀ ਲਿਮਿਟ ਸੀਗੀ, ਜਿਹੜੀ ਉਹਦੀ ਅਰਨਡ ਇਨਕਮ ਦਾ 18% ਸੀ, ਉਹਦੀ ਹੁਣ ਰੂਮ ਆ ਜੀ, ਉਹ ਕੰਟਰੀਬਿਊਸ਼ਨ ਰੂਮ ਹੋ ਗਿਆ ਜੀ ਤੁਹਾਡਾ। ਤੁਸੀਂ ਆਪਦਾ ਪ੍ਰੈਜ਼ੈਂਟ ਈਅਰ ਦੇ ਵਿੱਚ ਉਹਨੂੰ ਤਾਂ ਯੂਜ਼ ਕਰ ਹੀ ਸਕਦੇ ਹੋ, ਲੇਕਿਨ ਅਗਰ ਤੁਸੀਂ ਜਦੋਂ ਦੇ ਤੁਸੀਂ ਕੈਨੇਡਾ ਆਏ ਹੋ ਤੇ ਜਦੋਂ ਦੇ ਤੁਹਾਡਾ ਜਿਹੜਾ ਰੂਮ ਡਿਵੈਲਪ ਹੋਣਾ ਸ਼ੁਰੂ ਹੋਇਆ, ਅਗਰ ਤੁਸੀਂ ਹਾਲ ਤੱਕ ਆਰਐਸਪੀ ਕਦੇ ਲਈ ਨਹੀਂ ਤਾਂ ਤੁਸੀਂ ਪਿਛਲੇ ਵੀ ਅਨਯੂਜ਼ਡ ਰੂਮ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ, ਰਾਈਟ। ਸੋ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਪਤਾ ਹੁਣ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਤਾਨੇ ਜੀ ਕਿ ਮੈਜੋਰਿਟੀ ਸਾਡੇ ਜਿਹੜੇ ਇੱਥੋਂ ਦੇ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਿਹੜੇ ਨਿੱਕੇ ਚੀਜ਼ਾਂ ਨਹੀਂ ਪਤਾ ਹੈਗੀਆਂ, ਰਾਈਟ। ਦੇਖੋ ਇੱਥੇ ਜਿਹੜੇ ਬੱਚੇ ਬ੍ਰੌਟ ਅਪ ਹੋ ਰਹੇ ਆ ਉਹਨਾਂ ਨੂੰ ਲਾਅ ਪਤਾ ਹੈਗੀ ਆ ਕਿਉਂਕਿ ਉਹਨਾਂ ਨੂੰ ਸਕੂਲਾਂ 'ਚ ਪੜ੍ਹਾਉਂਦੇ ਆ, ਬਟ ਜਿਹੜੇ ਵੱਡੇ ਆਉਂਦੇ ਆ, ਜਿਹੜੇ ਆਂਦੇ ਸਾਰੀ ਜੌਬ ਤੇ ਲੱਗ ਗਏ ਆ, ਬਿਲਕੁਲ ਜੀ, ਉਹਨਾਂ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੈ ਕਿ ਉਹ ਲਾਅ ਦੇ ਬਾਰੇ ਜਾਣਨ। ਜ਼ਿੰਦਗੀ ਜੀ ਰੋਟੀ ਕਮਾਉਣ 'ਚ ਨਿਕਲ ਜਾਂਦੀ ਹੈਗੀ ਬੇਸਿਕਲੀ। ਔਰ ਜਿਸ ਵੇਲੇ ਉਹ ਇੰਨੇ ਇਨੋਸੈਂਟ ਹੁੰਦੇ ਆ ਕਿ ਜਿਸ ਵੇਲੇ ਕੋਈ ਇਦਾਂ ਦੀ ਮੁਸੀਬਤ ਆਉਂਦੀ ਹੈ ਫਿਰ ਉਹ ਆਲੇ ਦੁਆਲੇ ਲੱਭਦੇ ਆ ਕਿ ਕਿਹਨੂੰ ਪੁੱਛੀਏ, ਕੀ ਕਰੀਏ, ਔਰ ਉਹ ਟਾਈਮ ਬੜਾ ਹੀ ਔਖਾ ਹੁੰਦਾ ਪਰਿਵਾਰ ਵਾਸਤੇ। ਬਿਲਕੁਲ ਤਾਨਿਆ ਜੀ ਤੁਹਾਡੀ ਗੱਲ ਬਿਲਕੁਲ ਵਾਜਿਬ ਹੈ। ਇਸੇ ਲਈ ਕਹਿ ਰਹੇ ਹਾਂ ਵੀ ਇਹ ਜਿਹੜੇ ਆਪਾਂ ਲਾਈਕ ਤੁਹਾਡੇ ਟਾਕ ਸ਼ੋਜ਼ ਚੱਲਦੇ ਆ, ਇਹਦੇ ਨਾਲ ਆਈ ਵੁੱਡ ਸੇ ਕਿ ਇਵਨ ਆਮ ਰੀਅਲੀ ਹੈਪੀ ਟੂ ਸੇ ਕਿ ਲੋਕਾਂ ਨੂੰ ਘੱਟੋ ਘੱਟ ਬੇਸਿਕ ਜਾਣਕਾਰੀਆਂ ਜਿਹੜੀਆਂ ਮੁਹੱਈਆ ਕਰਾਉਣ ਦਾ ਇੱਕ ਜਿਹੜਾ ਆਪਾਂ ਸਾਧਨ ਰੱਖਦੇ ਹੈਗੇ ਜੀ, ਇਟਸ ਰੀਅਲੀ ਹੈਲਪਫੁਲ। ਸੋ ਚਲੋ ਕਿਤੇ ਨਾ ਕਿਤੇ ਕੋਈ ਕਾਰ 'ਚ ਸੁਣ ਰਿਹਾ ਆ ਜਾਂ ਕੋਈ ਟੂਰਿਸਟ ਸੁਣ ਰਿਹਾ ਆ, ਈਵਨ ਕੋਈ ਟੂਰਿਸਟ ਇੱਥੇ ਸੁਣਦਾ ਆ, ਜਾ ਕੇ ਆਪਣੇ ਘਰਾਂ 'ਚ ਇੰਡੀਆ ਜਾ ਕੇ ਦੱਸਦੇ ਨੇ, ਉਹਨਾਂ ਦੀਆਂ ਫੈਮਲੀਆਂ 'ਚ ਜਿਹੜੇ ਕੋਈ ਆਉਣ ਵਾਲੇ ਹੁੰਦੇ ਉਹਨਾਂ ਨੂੰ ਫਾਇਦਾ ਹੁੰਦਾ। ਬਿਲਕੁਲ, ਉਹ ਦੇ ਗੈਟ ਪ੍ਰੀਪੇਅਰਡ ਉਹਨਾਂ ਨੂੰ ਆਲਰੇਡੀ ਪਤਾ ਲੱਗ ਜਾਂਦਾ ਯਾਰ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਅਗਾਂਹ ਨੂੰ ਮੁਸ਼ਕਲ ਨਾ ਆਵੇ। ਬਿਲਕੁਲ ਜੀ, ਸਹੀ ਗੱਲ ਹੈ ਤੁਹਾਡੀ, ਹੈ ਨਾ ਜੀ। ਸੋ ਮੇਰਾ ਸੰਦੀਪ ਜੀ ਤੁਹਾਨੂੰ ਕੁਐਸਚਨ ਹੈਗਾ ਟੋਟਲੀ ਡਿਫਰੈਂਟ ਕਿ ਬਾਈ ਦੀ ਵੇ ਜਿੱਦਾਂ ਹੁਣ ਸਾਡੇ ਕਪਲ ਆਂਦੇ ਆ ਫਿਰ ਵੀ ਆਦਮੀ ਨੂੰ ਥੋੜਾ ਬਹੁਤਾ ਪਤਾ ਹੁੰਦਾ, ਬਟ ਲੇਡੀਜ਼ ਨੂੰ ਤਾਂ ਟੋਟਲੀ ਨਹੀਂ ਪਤਾ ਹੁੰਦਾ ਲਾਅ ਕੀ ਹੈਗੇ ਆ, ਜਾਂ ਘਰ ਤੋਂ ਬਾਹਰ ਨਹੀਂ ਨਿਕਲਣਾ, ਜਾਂ ਜਿਹੜੀਆਂ ਕੰਮ ਵੀ ਕਰਦੀਆਂ ਕੰਮ ਨਾ ਕੰਮ ਆ, ਲਾਈਕ ਕੁਛ ਨਹੀਂ ਪਤਾ। ਸੋ ਰੱਬ ਨਾ ਕਰੇ ਕਿਸੇ ਦੇ ਘਰ ਦੇ ਵਿੱਚ ਅਚਾਨਕ ਕਪਲ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਕੀ ਕਰਨਾ ਚਾਹੀਦਾ ਹੈ ਕਿ ਉਹ ਪ੍ਰੋਟੈਕਸ਼ਨ ਹੋ ਜਾਵੇ ਉਸ ਵੱਲੋਂ? ਦੇਖੋ ਤਾਨਾ ਜੀ, ਇਹਦੇ 'ਚ ਹੁਣ ਦੋ ਚੀਜ਼ਾਂ ਨਿਕਲਦੀਆਂ ਨੇ, ਹਨਾ। ਜੇ ਤਾਂ ਮੈਂ ਜਿਹੜਾ ਅੱਜ ਅਸੀਂ ਟੌਪਿਕ ਕਰ ਰਹੇ ਹਾਂ, ਜੇ ਤਾਂ ਮੈਂ ਰਿਟਾਇਰਮੈਂਟ ਨੂੰ ਲੈ ਕੇ ਚੱਲਾਂ, ਬਹੁਤ ਔਖਾ ਵਾ ਜੀ। ਇੱਕ ਚੱਲਦਾ ਪਰਿਵਾਰ, ਹੱਸਦੇ ਖੇਡਦੇ ਪਰਿਵਾਰ 'ਚ ਜਦੋਂ ਇੱਕ ਜਿਹੜਾ ਇੰਡੀਵਿਜੂਅਲ ਆ ਜੀ ਉਹਦੀ
ਅਚਨਚੇਤ ਮੌਤ ਹੋ ਜਾਂਦੀ ਹੈ ਜੀ, ਸਭ ਤੋਂ ਵੱਡਾ ਜਿਹੜਾ ਘਾਟਾ ਉਸ ਪਰਿਵਾਰ ਨੂੰ ਪੈਂਦਾ ਹੈਗਾ। ਬਿਲਕੁਲ। ਸਭ ਤੋਂ ਟ੍ਰੈਜਿਕ ਸਿਚੁਏਸ਼ਨ ਹੁੰਦੀ ਹੈ ਜੀ ਉੱਥੇ ਜਿਹੜਾ ਸਰਵਾਈਵਿੰਗ ਸਪਾਊਸ ਆ, ਚਾਹੇ ਉਹ ਮੇਲ ਆ ਚਾਹੇ ਉਹ ਫੀਮੇਲ ਆ ਜੀ, ਕਿਉਂਕਿ ਇੱਥੇ ਅਸੀਂ ਇਹ ਸੋਚਦੇ ਹਾਂ ਕਿ ਅਗਰ ਮੇਲ ਦੀ ਡੈਥ ਹੋ ਗਈ ਤਾਂ ਫੀਮੇਲ ਦੇ ਲਈ ਔਖਾ ਹੈਗਾ, ਬਟ ਇਹ ਗੱਲ ਨਹੀਂ ਹੈਗੀ ਤਾਨਿਆ ਜੀ। ਹਾਂਜੀ। ਜਿੰਨਾ ਨੁਕਸਾਨ ਇੱਕ ਫੀਮੇਲ ਦੀ ਡੈਥ ਤੇ ਮੇਲ ਨੂੰ ਹੁੰਦਾ, ਸ਼ਾਇਦ ਉਹਨੂੰ ਵੀ ਅੱਜ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਬਿਲਕੁਲ ਬਿਲਕੁਲ। ਉਹਦਾ ਕਾਰਨ ਕੀ ਹੈ ਜੀ, ਅਗਰ ਕਿਸੇ ਵੀ ਫੈਮਿਲੀ ਦੇ ਵਿੱਚ ਲੈਟਸ ਇੱਕ ਫੈਮਿਲੀ ਆ, 2 ਬੱਚੇ ਆ ਉਹਨਾਂ 'ਚ, ਔਰ ਉਹਦੇ 'ਚ ਜਿਹੜੇ ਮਮ ਆ ਬੱਚਿਆਂ ਦੇ ਜਾਂ ਜਿਹੜੀ ਲੇਡੀ ਆ ਉਹਦੀ ਅਗਰ ਡੈਥ ਹੁੰਦੀ ਹੈ ਤਾਨਿਆ ਜੀ, ਤਾਂ ਉੱਥੇ ਉਹ ਜਿਹੜੇ ਸਰਵਾਈਵਿੰਗ ਸਪਾਊਸ ਜਿਹੜੇ ਉਹ ਬੱਚਿਆਂ ਦੇ ਡੈਡ ਹੈਗੇ ਆ, ਉਹਨਾਂ ਦੇ ਲਈ ਵੀ ਬਹੁਤ ਔਖਾ ਹੈਗਾ ਬੱਚਿਆਂ ਨੂੰ ਰੇਜ਼ ਅਪ ਕਰਨਾ। ਬਹੁਤ ਹਾਰਡ। ਕਾਰਨ ਕੀ ਹੈ, ਦੇਖੋ ਜੀ, ਜਦੋਂ ਤੁਸੀਂ ਇੱਕ ਸਪਾਊਸ ਹੁਣ ਜਿਹੜਾ ਕਿ ਤੁਹਾਡੇ ਘਰ ਦੀ ਦੇਖਭਾਲ ਕਰ ਰਿਹਾ ਸੀ, ਜਿਹੜਾ ਤੁਹਾਡੇ ਬੱਚਿਆਂ ਦੀ ਦੇਖਭਾਲ ਕਰ ਰਿਹਾ ਸੀ, ਜਿਹੜੇ ਤੁਹਾਡੀਆਂ ਗਰੋਸਰੀਆਂ ਦੀ ਟੇਕ ਆਊਟ ਕਰ ਰਿਹਾ ਸੀ, ਸਾਰਾ ਕੁਝ, ਉਹ ਅੱਜ ਬੰਦਾ ਨਹੀਂ ਹੈਗਾ, ਸ਼ੀ ਇਜ਼ ਨੋ ਮੋਰ ਟੂ ਟੇਕ ਕੇਅਰ ਆਫ ਆਲ ਦ ਥਿੰਗਸ। ਤਾਂ ਉੱਥੇ ਹੁਣ ਅਗਰ ਜਿਹੜੇ ਉਹ ਮੇਲ ਆ ਜੀ, ਜਿਹੜੇ ਡੈਡ ਨੇ ਬੱਚਿਆਂ ਦੇ, ਅਗਰ ਉਹ ਸਾਰਾ ਕੁਝ ਛੱਡ ਕੇ ਘਰਾਂ 'ਚ ਇਸ ਕੰਮ ਵੱਲ ਹੋਣਗੇ ਤਾਂ who's gonna bring the butter and bread to the family। ਤਾਂ ਉੱਥੇ ਜਿਹੜਾ ਸਭ ਤੋਂ ਇੰਪੋਰਟੈਂਟ ਆ ਜੀ ਕਿ ਹਰੇਕ ਘਰ ਦੇ ਵਿੱਚ ਜਿੱਥੇ ਆਪਾਂ ਮੇਲਸ ਦੀ ਇੰਸ਼ੋਰੈਂਸ